ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਕੀ ਵਾਰ ਭਾਗ 24ਵਾਂ। ਸ਼ਲੋਕ ਮਹਲਾ ਪਹਿਲਾ। ਪੜ ਪੜ ਗੱਡੀ ਲੱਦੀ ਏ, ਪੜ ਪੜ ਭਰੀਏ ਸਾਥ, ਪੜ ਪੜ ਬੇੜੀ ਪਾਈਏ, ਪੜ ਪੜ ਗੱਡੀਏ ਖਾਤ, ਪੜੀਏ ਜੇਤੇ ਬਰਸ ਬਰਸ, ਪੜੀਏ ਜੇਤੇ ਮਾਸ, ਪੜੀਏ ਜੇਤੀ ਆਰਜਾ, ਪੜੀਏ ਜੇਤੇ ਸਾਸ। ਨਾਨਕ ਲਿਖੇ ਇੱਕ ਗੱਲ, ਹੋਰ ਹੋਵੇਂ ਝਖਣਾ ਝਾਖ। ਸਤਿਗੁਰ ਆਪਾਂ ਨੂੰ ਪਿਛਲੀਆਂ ਮੱਤਾਂ ਬਾਰੇ ਸਮਝਾ ਰਹੇ ਨੇ, ਜੋ ਉਸ ਸਮੇਂ ਦੇ ਵਿੱਚ ਪੜ੍ਹਨ ਨੂੰ ਹੀ ਪ੍ਰਾਪਤੀ ਸਮਝਦੇ ਸੀਗੇ। ਆਪਾਂ ਨੂੰ ਅੱਗੇ ਸਤਿਗੁਰ ਸਮਝਾਉਣਗੇ ਕਿਵੇਂ ਕਿਵੇਂ ਉਹ ਵਿਚਾਰਾਂ ਕਰਦੇ ਸੀਗੇ, ਔਰ ਆਪਾਂ ਕੀ ਕਰਨਾ ਹੈ, ਅਸੀਂ ਕੀ ਕਰਨ ਆਏ ਹਾਂ। ਗੁਰਮਤਿ ਦਾ ਉਪਦੇਸ਼ ਸਾਨੂੰ ਕੀ ਸਿੱਖਿਆ ਦਿੰਦਾ ਹੈ। ਜੋ ਸਾਡੀਆਂ ਸੰਸਾਰੀ ਮੱਤਾਂ ਨੇ ਉਹ ਸਾਨੂੰ ਕਿੱਧਰ ਨੂੰ ਲੈ ਕੇ ਜਾਂਦੀਆਂ ਨੇ, ਉਹ ਜੰਮਣ ਮਾਰਨ ਨੂੰ ਲੈ ਕੇ ਜਾਂਦੀਆਂ ਨੇ। ਗੁਰਮਤਿ ਸਾਨੂੰ ਜੰਮਣ ਮਰਨ ਦਾ ਛੁਟਕਾਰਾ ਦਿਵਾਉਂਦੀ ਹੈ, ਕਾਲ ਤੋਂ ਮੁਕਤ ਕਰਾਉਂਦੀ ਹੈ, ਦੁੱਖਾਂ ਤੋਂ ਛੁਟਕਾਰਾ ਦਿਵਾਉਂਦੀ ਹੈ। ਜਪਜੀ ਸਾਹਿਬ ਆਪਾਂ ਪੜ੍ਹਦੇ ਹਾਂ ਰੋਜ਼, ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਬਾਣੀ ਸਾਨੂੰ ਦੁੱਖ ਸਾਗਰ ਚੋਂ ਕੱਢ ਕੇ ਸੁੱਖ ਸਾਗਰ ਲੈ ਕੇ ਜਾਂਦੀ ਹੈ। ਸੁੱਖ ਸਾਗਰ ਦਾ ਵਾਸੀ ਹੈ ਜੀਵ, ਦੁੱਖ ਸਾਗਰ 'ਚ ਆ ਗਿਆ, ਹੁਣ ਇੱਥੇ ਹੀ ਸਾਰਾ ਕੁਛ ਭਾਲੀ ਜਾਂਦਾ ਵਾ। ਮਾਇਆ ਦੇ ਰਿਸ਼ਤੇ ਪੈ ਗਏ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਐਸਾ ਮਾਇਆ ਨੇ ਅਮਰ ਵਰਤਾਇਆ, ਰਿਸ਼ਤੇ ਪੈਂਦੇ ਹੀ ਚਲੇ ਗਏ, ਮਾਇਆ ਦੀ ਗੰਢ ਪੈਂਦੀ ਚਲੀ ਗਈ। ਹੁਣ ਆਪਦੀ ਮੱਤ ਨਾਲ ਤੇ ਗੰਢ ਕਿਵੇਂ ਖੋਲ੍ਹੇ? ਅਸੀਂ ਪਾਉਣ ਤਾਂ ਜਾਣਦੇ ਹਾਂ ਪਰ ਖੋਲ੍ਹਣ ਨਹੀਂ ਨਾ ਜਾਣਦੇ। ਹੁਣ ਇਹ ਗੰਢ ਕਿਵੇਂ ਖੁੱਲ੍ਹੇ? ਇਹ ਗੁਰਕੀ ਮੱਤ ਨਾਲ ਖੁੱਲ੍ਹਣੀ ਆ ਭਾਈ। ਇਹ ਜਿਹੜੀ ਗੋਪੀ ਦੇ ਗਲ ਪੈ ਗਿਆ ਨਾ ਕਾਨਾ, ਇਹ ਦੁਬਾਰਾ ਘੜੀ ਜਾਣੀ ਹੈ। ਤਿੱਥੇ ਘੜੀਏ ਸੁਰਤ ਮਤ ਮਨ ਬੁੱਧ। ਸ਼ਲੋਕ ਵੀ ਪੜ੍ਹਦੇ ਹਾਂ ਆਪਾਂ। ਘੜੀਏ ਸ਼ਬਦ ਸੱਚੀ ਟਕਸਾਲ। ਕਿਹਦੇ ਨਾਲ ਘੜੀ ਜਾਣੀ ਹੈ ਭਾਈ? ਗੁਰਸ਼ਬਦ ਦੇ ਗਿਆਨ ਨਾਲ ਇਹ ਗੋਪੀ ਘੜੀ ਜਾਣੀ ਹੈ ਸੁਰਤ। ਪਰ ਅਸੀਂ ਤਾਂ ਪੜ੍ਹਨ 'ਤੇ ਜ਼ੋਰ ਦੇ ਤਾ। ਦੇਖਦੇ ਹੀ ਆਪਾਂ ਇੰਨੀ ਨਹੀਂ ਗੁਰਬਾਣੀ ਯਾਦ ਹੋ ਜਾਂਦੀ ਹੈ, ਪਰ ਜੇ ਵਿਚਾਰ ਕਰੀਏ ਕੁਛ ਵੀ ਨਹੀਂ ਪਤਾ ਹੈਗਾ। ਹੰਕਾਰ ਉਹਨਾਂ ਦਾ ਬਹੁਤ ਜ਼ਿਆਦਾ ਵੱਧ ਜਾਂਦਾ ਹੈ। ਉਹੀ ਤਾਂ ਸਤਿਗੁਰ ਸਮਝਾ ਰਹੇ ਨੇ ਆਪਾਂ ਨੂੰ। ਹਉਮੈ ਝਖਣਾ ਝਾਕ ਹੈ ਭਾਈ ਸਾਰੀ ਫੇਰੇ। ਪਿੱਛੇ 2 ਸ਼ਲੋਕਾਂ 'ਚ ਵੀ ਆਪਾਂ ਨੂੰ ਨਕਸ਼ਾ ਦਿਖਾਇਆ ਉਹਨਾਂ ਦਾ। ਹਉ ਵਿੱਚ ਆਇਆ ਵੀ ਜੀਵ ਕੀ ਕਰਨ ਆਇਆ, ਫਿਰ ਉਦੋਂ ਬਾਅਦ ਸਮਝਾਇਆ ਪੁਰਖਾਂ ਪੁਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾ। ਉਹ ਮੇਘ ਕੀ ਕਰਦੇ ਨੇ? ਫਿਰ ਉਹ ਮਾਨਵ ਸੋਚ ਜਿਹੜਾ ਗਿਆਨ ਆ ਉਹਨੂੰ ਹੀ ਆਪਦੀ ਮੱਤ ਨੂੰ ਇੱਕ ਦੂਏ ਦੇ ਉੱਪਰ ਦੀ ਪ੍ਰਚਾਰਦੇ ਨੇ। ਉਹ ਵੀ ਜੋ ਅਸੀਂ ਕਹਿਤਾ ਉਹ ਸੱਚ ਆ, ਬਾਕੀ ਝੂਠ ਹੈ। ਮਨ ਦਾ ਸੁਭਾਅ ਆ, ਪਰ ਆਪਾਂ ਨੂੰ ਤਾਂ ਇਹ ਪ੍ਰਾਪਤੀ ਨਹੀਂ ਹੋਣੀ। ਅਸੀਂ ਗੁਰੂ ਕੇ ਸਿੱਖ ਵੀ ਹੈ, ਗੁਰੂ ਗ੍ਰੰਥ ਸਾਹਿਬ ਨੂੰ ਇਸ਼ਟ ਵੀ ਮੰਨਦੇ ਹਾਂ, ਵੱਡਾ ਮੰਨਦੇ ਹਾਂ, ਪਰ ਮੁੱਕਰ ਜਾਂਦੇ ਹਾਂ। ਜਿਹੜਾ ਮੰਨ ਕੇ ਮੁੱਕਰ ਜਾਵੇ ਬੰਦਾ, ਉਹ ਤਾਂ ਬਹੁਤ ਝੂਠਾ ਹੁੰਦਾ ਵਾ। ਇਹ ਮਨ ਸਾਡਾ ਬਹੁਤ ਝੂਠਾ ਵਾ। ਮਨ ਝੂਠਾ ਜੰਮ ਜੋਇਆ, ਜੰਮਾਂ ਦਾ ਫੜਿਆ ਹੋਇਆ ਇਹ ਬੇਨਤੀ ਕਰਨੀ ਹੈ ਆਪਾਂ। ਸੁਖਮਨੀ ਸਾਹਿਬ ਸ਼ਲੋਕ ਲੈ ਲੈਂਦੇ ਆਪਾਂ ਸਤਿਗੁਰਾਂ ਦੇ। ਕਾਮ ਕ੍ਰੋਧ ਔਰ ਲੋਭ ਮੋਹ ਬਿਨ ਸਜਾਇਆ ਮੇਵ, ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ। ਇਹ ਬੇਨਤੀ ਕਰਨੀ ਹੈ, ਜਮਾਂ ਤੋਂ ਖਹਿੜਾ ਛਡਾਉਣਾ। ਇਹ ਕਿਵੇਂ ਛੁੱਟੂਗਾ? ਗੁਰਬਾਣੀ ਵਿਚਾਰ ਨਾਲ। ਬਾਣੀ ਬਿਰਲੋ ਵਿਚਾਰ ਸੀ। ਇਹ ਵਿਚਾਰ ਨਹੀਂ ਹੈ। ਵਿਚਾਰ 'ਚੋਂ ਜਿਹੜਾ ਗਿਆਨ ਪੈਦਾ ਹੁੰਦਾ, ਲਾਈਟ ਪੈਦਾ ਹੁੰਦੀ ਹੈ। ਗਿਆਨ ਦਾ ਆਪਦਾ ਆਪਦਾ ਰੰਗ ਹੁੰਦਾ ਹੈ। ਜਿਵੇਂ ਆਪਾਂ ਰਹਿ ਰਸ ਕੀਰਤਨ ਸੋਲਾ ਰੋਜ਼ ਪੜ੍ਹਦੇ ਹਾਂ, ਗੁਰਸਾਖੀ ਜੋਤ ਪ੍ਰਗਟ ਹੋਏ। ਇਹ ਫਿਰ ਸਾਡਾ ਜਿਹੜਾ ਹੈਗਾ ਵਾ ਉਹ ਗਿਆਨ ਦੀ ਲਾਈਟ ਨਾਲ, ਗੁਰਬਾਣੀ ਹੀ ਜੱਗ ਮੇ ਚਾਨਣ ਕਰਮ ਵਸੇ ਮਨ, ਉਹਦੀ ਕਿਰਪਾ ਨਾਲ ਇਹ ਸਾਰਾ ਖੇਲ ਸਮਝ ਆਉਣਾ ਵਾ। ਫਿਰ ਸਾਡਾ ਛੁਟਕਾਰਾ ਹੋਣਾ ਵਾ। ਪਰ ਆਪਾਂ ਤਾਂ ਪੜ੍ਹਨ 'ਤੇ ਹੀ ਜ਼ੋਰ ਦਿੱਤਾ। ਸਤਿਗੁਰ ਤਾਂ ਸਮਝਾ ਰਹੇ ਨੇ ਪੜ੍ਹ ਪੜ੍ਹ ਗੱਡੀ ਲੱਦੀਏ। ਪਿਛਲੇ ਟਾਈਮਾਂ ਦੇ ਵਿੱਚ
ਜਿਹੜੇ ਸ਼ਾਸਤਰਾਂ ਦੇ ਗਿਆਤਾ, ਸਿਮਰਤੀਆਂ ਦੇ ਗਿਆਤਾ, ਜੋ ਵੀ ਧਰਮ ਪ੍ਰਚਲਿਤ ਸੀ, ਆਪਾਂ ਕੀ ਲੈਣਾ, ਉਹ ਆਪਾਂ ਸਾਰੇ ਕਰ ਆਏ ਹਾਂ। ਆਪਾਂ ਤਾਂ ਹੁਣ ਗੁਰ ਕੇ ਚਰਨ ਫੜਨੇ ਆ, ਬਾਣੀ ਆਪਾਂ ਤਾਂ ਅੱਗੇ ਨਿਕਲਣਾ, ਆਪਾਂ ਉੱਥੇ ਪਹੁੰਚਣਾ। ਪਿੱਛੇ ਆਪਾਂ ਵਿਚਾਰ ਕਰਕੇ ਹੀ ਆਏ ਹਾਂ, ਸੱਚੇ ਦਰਬਾਰ 'ਚ ਪਹੁੰਚਣਾ ਵਾ ਆਪਾਂ। ਸੱਚਾ ਦਰਬਾਰ ਕਿੱਥੇ ਆ ਫਿਰ? ਉਹ ਅੱਗੇ ਹੈ ਭਾਈ ਸੱਚ ਦੀ ਦੁਨੀਆ। ਜੇ ਹੁਣ ਆਪਾਂ ਵੀ ਉਹ ਕਰੀ ਗਏ, ਉਹਨਾਂ ਵਾਂਗ ਪੜ੍ਹੀ ਗਏ, ਪੜ੍ਹ ਗੱਡੀ ਲੱਦੀਏ, ਫਿਰ ਕਿਵੇਂ ਚੱਲੂ ਕੰਮ ਆਪਣਾ? ਫਿਰ ਆਪਾਂ ਵੀ ਰਹਿ ਜਾਵਾਂਗੇ। ਆਪਾਂ ਦੂਏ ਨੂੰ ਉਪਦੇਸ਼ ਕਰਦੇ ਹਾਂ, ਪਰ ਆਪ ਨਹੀਂ, ਆਪ ਦਾ ਬਦਲਾਅ ਨਹੀਂ ਕਰਦੇ, ਆਪ ਨਹੀਂ ਟਾਲਦੇ, ਦੂਏ ਨੂੰ ਉਪਦੇਸ਼ ਕਰਦੇ ਹਾਂ। ਅਵਰ ਉਪਦੇਸ਼ ਸੇ ਆਪ ਨਾ ਕਰੇ, ਆਵਤ ਜਾਵਤ ਜਨਮੇ ਮਰੇ। ਫਿਰ ਜੰਮਣ ਮਰਨ ਭਾਈ ਐਵੇਂ ਚੱਲੂ, ਫਿਰ ਨਹੀਂ ਇਹਨੂੰ ਕੋਈ ਛੁਡਾ ਸਕਦਾ ਹੈਗਾ। ਸਤਿਗੁਰੂ ਸਮਝਾਉਂਦੇ ਨੇ ਪਿਛਲੇ ਟਾਈਮਾਂ ਦੇ ਵਿੱਚ ਜਿਹੜੇ ਧਾਰਮਿਕ ਲੋਕ ਸੀਗੇ, ਉਹ ਪੜ੍ਹਨ ਨੂੰ ਧਰਮ ਸਮਝਦੇ ਸੀ। ਉਹ ਨਾਲ ਉਹਦੇ ਚੇਲੇ ਚਪਟੇ ਹੁੰਦੇ ਸੀ, ਉਹਨਾਂ 'ਤੇ ਗ੍ਰੰਥ ਰੱਖ ਲੈਂਦੇ ਸਿਰ 'ਤੇ, ਉਹ ਚੱਕ ਕੇ ਲੈ ਜਾਂਦੇ ਸੀਗੇ। ਪੜ੍ਹ ਗੱਡੀ ਲੱਦੀਏ, ਪੜ੍ਹ ਭਰੀਏ ਸਾਥ, ਉਹ ਨਾਲ ਲੈ ਕੇ ਜਾਂਦੇ ਸੀਗੇ, ਧਰਮ ਪ੍ਰਚਾਰ ਕਰਦੇ ਸੀ। ਅਤੇ ਆਪਾਂ ਵੀ ਉਹੀ ਕੰਮ ਕਰੀ ਜਾਂਦੇ ਹਾਂ। ਫਿਰ ਆਪਾਂ ਨੂੰ ਗਿਆਨ ਕਿਵੇਂ ਹੋਊ? ਬਾਣੀ ਗਿਆਨ ਦਾ ਵਿਸ਼ਾ ਵਾ। ਬਾਣੀ ਸਾਨੂੰ ਗਿਆਨ ਦਿੰਦੀ ਹੈ। ਉਹ ਪਹਿਲਾ ਪਦਾਰਥ ਹੈ ਆਪਣਾ, ਜਿਹਦੇ ਨਾਲ ਆਪਣੇ ਆਤਮਿਕ ਸਫ਼ਰ ਸ਼ੁਰੂ ਹੋਣਾ ਵਾ। ਜੇ ਆਪਾਂ ਸੁਖਮਨੀ ਸਾਹਿਬ ਦਾ ਵਚਨ ਲਈਏ, 24 ਅਸ਼ਟਪਦੀ ਦੇ, ਪ੍ਰਗਟੇ ਗੋਪਾਲ ਮਹਾਂਤ ਕੇ ਮਨਿ, ਜਿਹਦੇ ਮਹਾਂ ਅੰਤ ਆਊ ਸਾਡਾ ਮਾਇਆ ਦਾ। ਮਨ ਦੀਆਂ ਇੱਛਾ ਖਤਮ ਹੋ ਜਾਣਗੀਆਂ, ਮਨ ਦੀ ਅੰਮ੍ਰਿਤੀ ਹੋ ਜਾਊਗੀ। ਇੱਛਾ ਖਤਮ ਹੋਣੀ ਹੈ, ਮਨ ਦੀ ਅੰਮ੍ਰਿਤੀ ਹੋ। ਫਿਰ ਉਹ ਤਾਂ ਸਾਡਾ ਸਫ਼ਰ ਗਿਆਨ ਨਾਲ ਸ਼ੁਰੂ ਹੋਣਾ ਵਾ, ਕਿ ਪੜ੍ਹਨਾ ਹੋ ਜਾਊਗਾ। ਅਸੀਂ ਵੀ ਉਹੀ ਕੰਮ ਕਰੀ ਜਾਂਦੇ ਹਾਂ। ਉਹ 'ਚੋਂ ਕੀ ਪੈਦਾ ਹੁੰਦਾ? ਹੰਕਾਰ। ਪਿੱਛੇ ਸਰੀਰ ਭਗਤੀਆਂ ਕਰਕੇ ਕੀ ਕਰਦੇ ਸੀ? ਹੰਕਾਰ। ਕਿੰਨੇ ਉਪਦੇਸ਼ ਪਏ ਨੇ ਸਤਿਗੁਰਾਂ ਦੇ ਆਪਣੇ ਕੋਲ, ਜੇ ਵਿਚਾਰਾਂਗੇ ਫਿਰ ਪਤਾ ਲੱਗਦਾ ਵਾ। ਕਾਹੂ ਬੋਲ ਨਾ ਪਹੁੰਚਤ ਪ੍ਰਾਣੀ, ਅਗੰਮ ਗੋਚਰ ਪ੍ਰਭ ਨਿਰਵਾਣੀ। ਵੀ ਭਾਈ ਤੂੰ ਕਿਸੇ ਵਿਧੀ ਨਾਲ ਨਹੀਂ ਉੱਥੇ ਪਹੁੰਚ ਸਕਦਾ, ਕੋਈ ਤਰੀਕਾ ਹੀ ਨਹੀਂ ਉਹਦੇ ਚਰਨਾਂ ਸੱਚ 'ਚ ਪਹੁੰਚਣ ਦਾ। ਸੰਤੋਖ, ਗਿਆਨ ਤੋਂ ਬਾਅਦ ਸੰਤੋਖ, ਫਿਰ ਪਹੁੰਚਾਂਗੇ ਉੱਥੇ। ਸੰਤੋਖ ਸਾਨੂੰ ਆਇਆ ਨਹੀਂ, ਭਗਤ ਅਸੀਂ ਪਹਿਲਾਂ ਬਣ ਜਾਂਦੇ ਹਾਂ। ਗਿਆਨ ਸਾਨੂੰ ਹੋਇਆ ਨਹੀਂ, ਸੰਤੋਖ ਕਿਵੇਂ ਆ ਜਾਊਗਾ? ਸਰੀਰ ਕਰਕੇ ਜ਼ਰੂਰ ਪੂਰਨ ਹੈ, ਅਸੀਂ ਸਾਰੇ ਪੂਰਨ ਮੰਨਦੇ, ਸਾਰੇ ਧਰਮ ਮੰਨਦੇ, ਆਪਾਂ ਕਿਹੜਾ ਇਕੱਲੇ ਮੰਨਦੇ ਹਾਂ। ਉਹ ਤਾਂ ਕੀ ਹੰਕਾਰ ਹੈ? ਉਹ ਤਾਂ ਸਤਿਗੁਰਾਂ ਨੇ ਸਮਝਾਇਆ ਹੈ ਪਿੱਛੇ ਆਪਾਂ ਨੂੰ, ਹਉਮੈ ਇਹ ਜਾਤ ਹੈ। ਉਹ ਇਹ ਜਾਤ ਜਿਹੜੀ ਸਰੀਰ ਹੈ, ਹਿਲਾਉਣਾ ਗਲੋਂ ਕਿਵੇਂ ਲਾਵਾਂਗੇ ਆਪਾਂ? ਇਹ ਤਾਂ ਜੰਮਣ ਮਰਨ ਹੈ ਭਾਈ। ਫਿਰ ਨਹੀਂ ਆਪਾਂ ਇਹ ਗਲਤੀ ਕਰਨੀ, ਆਪਾਂ ਗੁਰ ਕੀ ਚਰਨ ਬਾਣੀ ਫੜਨੀ ਹੈ। ਇਹ 4 ਵਸਤਾਂ ਆਪਾਂ ਨੂੰ ਸਤਿਗੁਰਾਂ ਨੇ ਜਪਜੀ ਸਾਹਿਬ ਸਮਝਾਇਆ, ਸੁਣੀਏ। ਪਹਿਲਾਂ ਤਾਂ ਆਪਾਂ ਸੁਣੀ, ਸਤਿਗੁਰ ਸਮਝਾਉਂਦੇ ਨੇ ਆਪਾਂ ਨੂੰ, ਪ੍ਰਚਲਿਤ ਪੱਤਾਂ ਬਾਰੇ ਸਮਝਾਉਂਦੇ ਨੇ, ਸੁਣੀ ਈਸ਼ਰ ਬਰਮਾਇੰਦ, ਜੋ ਵੀ ਸੰਸਾਰ ਪਿੱਛੇ ਚੱਲਦਾ ਸੀ, ਆਪਣੇ ਆਪਣੇ ਸਮੇਂ ਅਨੁਸਾਰ ਭਗਤਾਂ ਗੁਰੂ ਸਾਹਿਬਾਨਾਂ ਨੇ ਆਪਾਂ ਨੂੰ ਸੋਝੀ ਦਿੱਤੀ। ਅੱਜ ਆਪਣੇ ਕੋਲ ਪ੍ਰਗਟ ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਆਪਾਂ ਇਹਦੀ ਸੋਝੀ ਲੈਣੀ ਹੈ ਔਰ ਆਪਦੇ ਘਰ ਪਹੁੰਚਣਾ ਵਾ। ਉਹ ਫਿਰ ਆਪਾਂ ਕਿਵੇਂ ਪਹੁੰਚਾਂਗੇ? ਜੇ ਆਪਾਂ ਗੁਰੂ ਦੇ ਬਚਨ 'ਤੇ ਪੱਕੇ ਰਹਾਂਗੇ, ਬਾਣੀ ਨੂੰ ਸੱਤ ਕਰਕੇ ਮੰਨਾਂਗੇ। ਮਨ ਲੈਣਾ ਹੀ ਪੜ੍ਹਨਾ ਵਾ। ਜੇ ਪੜ੍ਹ ਕੇ ਨਾ, ਪੜ੍ਹਨ ਤੋਂ ਬਾਅਦ ਵੀ ਮਨ ਮੰਨਿਆ ਨਹੀਂ, ਸਕੂਲ ਵੀ ਗਏ, ਪਾਸ ਹੀ ਨਾ ਹੋਏ ਭਾਈ, ਫਿਰ ਕੀ ਫਾਇਦਾ? ਸਤਿਗੁਰਾਂ ਨੇ ਸਮਝਾਇਆ, ਕਾਹੂ ਬੋਲ ਨਾ ਪਹੁੰਚਤ ਪ੍ਰਾਣੀ। ਕਿਸੇ ਬੋਲ ਨਾ ਰੱਟ ਕੇ, ਕਿਸੇ ਜੋਗ ਜਾਂ ਰਾਮ ਰਾਮ ਜਾਂ ਵਾਹਿਗੁਰੂ ਵਾਹਿਗੁਰੂ ਜਾਂ ਅੱਲਾ ਅੱਲਾ ਕੁਛ ਵੀ ਕਰਕੇ ਉੱਥੇ ਨਹੀਂ ਪਹੁੰਚ ਸਕਦਾ। ਆਪਾਂ ਸੰਸਾਰੀ ਭਾਵ ਲੈ ਲੈਣੇ, ਇੱਕ ਸਾਦਾ ਜਿਹਾ ਹੀ। ਇੱਕ ਸਾਹਮਣੇ ਡਾਇਰੈਕਸ਼ਨ ਖੜੀ ਆ ਆਪਾਂ ਨੂੰ, ਇੱਕ ਹਰਿਮੰਦਰ ਸਾਹਿਬ ਅੰਮ੍ਰਿਤਸਰ ਨੂੰ ਜਾਂਦਾ, ਇੱਕ ਦਿੱਲੀ ਨੂੰ ਜਾਂਦਾ। ਆਪਾਂ ਉੱਥੇ ਖੜ੍ਹ ਕੇ ਆਪਾਂ ਕਰੀ ਜਾਂਦੇ ਦਿੱਲੀ, ਜਾਂ ਇੱਧਰ ਕਹਿੰਦੇ ਨੇ ਹਰਿਮੰਦਰ ਸਾਹਿਬ ਅੰਮ੍ਰਿਤਸਰ। ਪਹੁੰਚ ਜਾਵਾਂਗੇ ਭਾਈ ਆਪਾਂ। ਛੋਟੀ ਜਿਹੀ ਵਿਚਾਰ ਆਪਾਂ ਦੇਖੋ ਸੰਸਾਰੀ ਹੀ, ਪਰ ਜੇ ਆਪਾਂ ਤੁਰਾਂਗੇ ਉੱਧਰ ਨੂੰ ਫੇਰ ਹੀ ਪਹੁੰਚਾਂਗੇ। ਅੰਮ੍ਰਿਤਸਰ ਕਨੀ ਨੂੰ ਤੁਰਾਂਗੇ ਫੇਰ ਹੀ ਪਹੁੰਚਾਂਗੇ। ਐਵੇਂ ਜੋ ਗੁਰੂ ਭਗਤ ਸਾਹਿਬਾਨ ਸਾਨੂੰ ਸਮਝਾ ਰਹੇ ਨੇ, ਜੇ ਉੱਧਰ ਨੂੰ ਚੱਲਾਂਗੇ, ਨਦੀਆਂ ਪਵੇ ਸਮੁੰਦਰਾਂ ਜਾਣੀਏ, ਨਦੀਆਂ ਨਾਲਿਆਂ ਵਾਂਗ ਚੱਲਾਂਗੇ, ਫੇਰ ਹੀ ਸਮੁੰਦਰ 'ਤੇ ਪਹੁੰਚਾਂਗੇ। ਫੇਰ ਹੀ ਆ ਵੀ ਸੱਚ ਦੀ ਦੁਨੀਆ 'ਚ ਪਹੁੰਚਾਂਗੇ, ਘਰਟਣ ਯੋਗ ਨਾਲ ਹੀ, ਕਿ ਪੜ੍ਹ ਕੇ ਹੀ। ਨਹੀਂ, ਇਹ ਗਲਤੀ ਨਹੀਂ ਕਰਨੀ, ਇਹ ਜੀਵਨ ਬਾਰ ਨਹੀਂ ਮਿਲਦਾ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੋ ਬਾਰ। ਜਿਉਂ ਬਨ ਫਲ ਪਾਕੇ ਭੋਏ ਗਰੇ, ਬੋਹਰ ਨਾ ਲਾਗੇ ਡਾਰ। ਕਬੀਰ ਖਾਕੂ ਨਾ ਨਿੰਦੀਏ, ਖਾਕੂ ਜੇ ਵੜ ਨਾ ਕੋਏ। ਜੀਵਦਿਆਂ ਪੈਰਾਂ ਥੱਲੇ ਮੋਹਿਆਂ। ਫਿਰ ਕੀ ਕਰਾਂਗੇ ਭਾਈ? ਫਿਰ 84 ਲੱਖ ਦੇ ਗੇੜੀ ਨੂੰ ਚਲਾ ਜਾਵਾਂਗੇ। ਗਲਤੀ ਕਰਾਂਗੇ ਤਾਂ ਆਪਾਂ। ਉਹ ਪਿੱਛੇ ਜੋ ਸ਼ਾਸਤਰ ਦੇ ਗਿਆਤਾ ਸੀਗੇ, ਸਿਮਰਤੀਆਂ ਦੇ ਗਿਆਤਾ ਸੀ, ਉਹ ਨਾਲ ਬੰਦਿਆਂ ਨੂੰ, ਸੇਵਕਾਂ ਨੂੰ ਲੈ ਕੇ ਭਾਈ ਜਾਂਦੇ ਸੀ ਦੂਰ ਦੂਰ ਪਾਠ ਕਰਨ। ਪੜ੍ਹ ਬੇੜੀ ਪਾਈਏ, ਉਦੋਂ ਇੰਨੇ ਸਾਧਨ ਨਹੀਂ ਸੀ ਹੁੰਦੇ। ਬੇੜੀ 'ਚ ਬਹਿ ਕੇ ਪਾਰ ਨਿਕਲ ਜਾਂਦੇ ਸੀਗੇ, ਪ੍ਰਚਾਰ ਕਰਦੇ ਸੀ। ਕਾਫੀ ਦੇਰ ਤੱਕ ਉਹ ਚੱਲਦਾ ਰਿਹਾ। ਅੱਜ ਗਿਆਨ ਦਾ ਯੁੱਗ ਹੈ, ਇਹਨੂੰ ਸਮਝਣਾ ਵਾ ਆਪਾਂ, ਗਿਆਨ ਲੈਣਾ ਵਾ। ਚਾਰੇ ਖਾਣੀਆਂ, ਸੰਸਾਰ ਕਿਹਨੇ ਬਣਾਇਆ, ਕਿਵੇਂ ਬਣਿਆ, ਉਹੀ ਤਾਂ ਬਾਣੀ ਆਪਾਂ ਨੂੰ ਸਮਝਾ ਰਹੀ ਹੈ। ਹੁਕਮ ਬੁੱਝਣ ਆਪਾਂ ਆਏ ਹਾਂ।
ਹਉਮੈ ਬੂਝੇ ਤਾਂ ਦਰ ਸੂਝੇ। ਹਉਮੈ ਕਿਵੇਂ ਜਾਊ, ਚਿੰਤਾ ਕਿਵੇਂ ਜਾਊ ਗਿਆਨ ਨਾਲ। ਫੇਰ ਹੀ ਦਰ ਪਤਾ ਲੱਗੂ ਦਰਗਾਹ ਦਾ, ਫੇਰ ਹੀ ਸੱਚ ਮਿਲੂਗਾ ਸਾਨੂੰ। ਬਾਣੀ ਤਾਂ ਸੱਚ ਦਾ ਦਰਸ਼ਨ ਕਰਾਉਂਦੀ ਆ ਆਪਾਂ ਨੂੰ। ਉਹ ਜਾਂਦੇ ਸੀ ਬੇੜੀਆਂ 'ਚ, ਪੜ੍ਹ ਪੜ੍ਹ ਗੱਡੀਏ ਖਾਤ। ਅਸੀਂ ਜਿੱਥੇ ਰਹਿੰਦੇ ਰਹੇ ਹਾਂ ਪਿੱਛੇ ਗੁਜਰਾਤ 'ਚ, ਉੱਥੇ ਵੀ ਦੇਖਦੇ ਸੀ ਕਈ ਜਗ੍ਹਾ ਜਾਂਦੇ ਸੀਗੇ। ਉਹ ਜੇ ਕਿਸੇ ਨੂੰ ਨੁਕਸੇ ਕੋਈ ਸਮਝ ਆ ਜਾਂਦੀ ਸੀ, ਕੋਈ ਰਾਹ ਲੱਭਦਾ ਸੀਗਾ, ਉਹ ਇੱਕ ਦੂਏ ਨੂੰ ਦੱਸਦੇ ਨਹੀਂ ਸੀਗੇ। ਦਵਾਈਆਂ ਲਾ ਲਓ ਜਾਂ ਹੋਰ ਲਾ ਲਓ, ਇਵੇਂ ਪੁਰਾਣੇ ਟਾਈਮਾਂ 'ਚ ਵੀ ਐਵੇਂ ਸੀਗਾ। ਸਵਾਰਥੀ ਸੀ ਲੋਕ, ਇੱਕ ਦੂਏ ਨੂੰ ਉਹਦੀ ਵਿਧੀ ਦੱਸਦੇ ਨਹੀਂ ਸੀਗੇ, ਉਹਨੂੰ ਦਫਨਾ ਦਿੰਦੇ ਸੀ ਜਿਵੇਂ ਉਹ ਗ੍ਰੰਥਾਂ ਨੂੰ, ਵੀ ਦੂਏ ਨੂੰ ਸਮਝ ਨਾ ਆ ਜੇ। ਇਵੇਂ ਇਸ ਸੰਸਾਰ ਦੇ ਵਿੱਚ ਚੱਲਦਾ ਹੀ ਰਹਿੰਦਾ। ਜੀਵ ਸਵਾਰਥੀ ਹੈ, ਸਾਰੇ ਸਵਾਰਥੀ ਹੁੰਦੇ ਆਪਾਂ। ਸਵਾਰਥ ਕਿਵੇਂ ਜਾਊ? ਜਦੋਂ ਸੱਚ ਦਾ ਗਿਆਨ ਹੋ ਜਾਂਦਾ ਫਿਰ ਇਹਨੂੰ ਸਮਝ ਆ ਜਾਂਦੀ ਵੀ ਸਾਰਾ ਕੁਛ ਤਾਂ ਉਹਦੀ ਕਿਰਪਾ ਨਾਲ ਮਿਲਦਾ ਭਾਈ। ਕੋਈ ਸਤਿਗੁਰਾਂ ਨੇ ਸਮਝਾਇਆ ਪੜ੍ਹ ਪੜ੍ਹ ਗੱਡੀਏ ਖਾਤ। ਉਹ ਦੂਏ ਨੂੰ ਨਹੀਂ ਦੱਸਦੇ ਸੀਗੇ, ਉਹ ਆਪਦੇ ਤੱਕ ਹੀ ਸੀਮਿਤ ਰਹਿੰਦੇ ਸੀ। ਹੁਣ ਵੀ ਇੱਦਾਂ ਹੀ ਹੈ ਕੁਛ ਨਹੀਂ, ਭਰਮ ਪੈ ਜਾਂਦਾ ਹੈ, ਹੰਕਾਰ ਹੋ ਜਾਂਦਾ ਹੈ, ਲੋਕ ਮੰਨਣ ਲੱਗ ਜਾਂਦੇ ਨੇ ਕੋਲੇ ਕੁਛ ਵੀ ਨਹੀਂ ਹੁੰਦਾ ਹੈ। ਫਰੀਦਾ ਧਨ ਜੋਬਨ ਬੜਿਆਈਆਂ, ਗਰਭ ਜਿੰਨਾ ਅਗਾਹ, ਖਾਲੀ ਚਲੇ ਧਣੀ ਜੋ ਟਿੱਬੇ ਮੁਹਾਜ। ਜਿਵੇਂ ਟਿੱਬਿਆਂ 'ਚ ਮੀਂਹ ਪੈਂਦਾ ਕੰਮ ਨਹੀਂ ਆਉਂਦਾ, ਐਵੇਂ ਚਲੇ ਜਾਂਦੇ ਆ ਭਾਈ ਸੰਸਾਰ ਦੀਆਂ ਵਡਿਆਈਆਂ। ਬਾਣੀ ਅਗਾਹ ਕਰਦੀ ਹੈ ਸਾਨੂੰ, ਉਹੀ ਸਤਿਗੁਰ ਸਮਝਾਉਂਦੇ ਨੇ ਭਾਈ। ਪੜ੍ਹ ਪੜ੍ਹ ਗੱਡੀਏ ਖਾਤ, ਪੜ੍ਹੀਏ ਜੇਤੇ ਵਰਸ ਵਰਸ, ਪੜ੍ਹੀਏ ਜੇਤੇ ਸਾਲ ਮਹੀਨੇ, ਜਿੰਨੇ ਮਰਜ਼ੀ ਪੜ੍ਹੀ ਚਲੋ। ਪੜ੍ਹਦੇ ਹੀ ਹਾਂ ਅਸੀਂ, ਦੇਖਦੇ ਹਾਂ ਕੀ ਕਰਦੇ ਹਾਂ, ਸੁਣਦੇ ਹੀ ਨਹੀਂ ਹੈਗੇ। ਗੁਰੂ ਸਾਹਿਬਾਨਾਂ ਨੂੰ ਹੀ ਉਪਦੇਸ਼ ਕਰਦੇ ਹਾਂ। ਗੁਰਸੇਵਾ ਸ਼ਬਦ ਵਿਚਾਰ ਕਹਿੰਦੇ ਵੀ ਹੈ, ਬਾਣੀ ਵਿਚਾਰੋ ਭਾਈ ਇਹਨੂੰ ਸਮਝੋ। ਗੁਰਸੇਵਾ ਸ਼ਬਦ ਵਿਚਾਰ ਨਹੀਂ। ਪਾਠ ਪੜ੍ਹਿਆ ਔਰ ਵੇਦ ਵਿਚਾਰਿਆ ਨਿਰਮਲ ਭੰਗ ਸਾਧੇ। 5 ਜਨਾਂ ਸੋ ਸੰਗ ਨਾ ਛੁਟਕਿਓ। ਅਹਮਦ ਅਧਿਕ ਬਾਧੇ। ਹੰਕਾਰ ਵੱਧ ਗਿਆ, ਫਿਰ ਕੀ ਫਾਇਦਾ ਹੋਇਆ। ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸੁਆਮੀ ਕੇ ਦੁਆਰੇ। ਦੀਜੇ ਬੁੱਧ ਵਿਵੇਕ, ਬੁੱਧੀ ਮੰਗਣੀ ਸੀ ਅਸੀਂ, ਅਕਲ ਲੈਣੀ ਸੀ। ਅਕਲਗਤ ਗੁਰ ਤੇ ਜਾਣੀ, ਉਹ ਤਾਂ ਗੁਰੂ ਨੇ ਦੇਣੀ ਹੈ। ਅਸੀਂ ਤਾਂ ਗੁਰੂ ਸਾਹਿਬਾਨਾਂ ਨੂੰ ਉਪਦੇਸ਼ ਕਰਨ ਲੱਗੇ, ਫਿਰ ਅਕਲ ਕਿੱਥੋਂ ਮਿਲਣੀ ਸੀ। ਜੇ ਬੱਚਾ ਸਕੂਲ ਜਾ ਕੇ ਟੀਚਰ ਦੀ ਗੱਲ ਸੁਣਦਾ ਹੀ ਨਹੀਂ, ਉਹ ਲੈਸਨ ਲੈਂਦਾ ਹੀ ਨਹੀਂ, ਟੀਚਰ ਨੂੰ ਸਮਝਾਉਂਦਾ, ਤਾਂ ਕੀ ਪੜ੍ਹੂਗਾ ਭਾਈ। ਇਹ ਊੜੇ ਆੜੇ ਤੋਂ ਸ਼ੁਰੂ ਹੁੰਦਾ ਹੈ ਖੇਲ ਸਾਰਾ। ਗੁਰੂ ਸਾਹਿਬਾਨ ਸਾਨੂੰ ਥੱਲੇ ਤੋਂ ਊੜੇ ਆੜੇ ਤੋਂ ਪੜ੍ਹਾਉਂਦੇ ਨੇ ਭਾਈ। ਉਹ ਤਾਂ ਸਮਝ ਆਊਗੀ ਜੇ ਆਪਾਂ ਭਾਣੇ 'ਚ ਰਹਾਂਗੇ, ਮਨ ਭਾਣੇ 'ਚ ਰਹੂਗਾ। ਗਿਆਨ ਹੋਊਗਾ ਫਿਰ ਹੀ ਮਨ ਨੇ ਭਾਣੇ 'ਚ ਆਉਣਾ ਵਾ। ਜੇ ਆਪਣੇ ਭਾਣੇ ਤਾਂ ਫਿਰ ਹੁਕਮ ਕੀ ਹੈ, ਮਨ ਭਾਵਦੇ ਫਿਰ ਆਹ ਪੀੜੇ ਅੱਗੇ ਜਾਣਾ। ਪੜ੍ਹੀ ਚੱਲੋ ਭਾਈ, ਤੁਹਾਡੀ ਮਰਜ਼ੀ ਹੈ। ਆਪਦਾ ਜੀਵਨ ਖਰਾਬ ਕਰ ਲਓਗੇ, ਕਿਸੇ ਦਾ ਤਾਂ ਕੁਛ ਨਹੀਂ ਜਾਣਾ ਹੈਗਾ। ਆਪਣ ਹੱਥੀਂ ਆਪਣਾ ਆਪੇ ਹੀ ਕਾਸ ਸਵਾਰੀ ਆਓ ਸਾਰੇ ਮਿਲ ਕੇ। ਸਤਿਗੁਰ ਸਮਝਾਉਂਦੇ ਉਹਨੂੰ ਸਤ ਕਰਕੇ ਮੰਨੀਏ ਔਰ ਵਿਚਾਰ 'ਚ ਲੱਗੀਏ। ਪੜ੍ਹੀਏ ਜੇਤੀ ਆਰਜਾ, ਪੜ੍ਹੀਏ ਜਿੱਥੇ ਮਾਸ, ਪੜ੍ਹੀਏ ਜਿੱਤੇ ਸਾਸ। ਨਾਨਕ ਲੇਖੇ ਇੱਕ ਗੱਲ ਹੋਰ, ਹਉਮੈ ਚੱਖਣਾ ਚਾ। ਸਤਿਗੁਰ ਤੈਂ ਸਮਝਾਉਂਦੇ ਨੇ ਭਾਈ। ਬਾਕੀ ਜਿੰਨਾ ਵੀ ਸਾਰਾ ਕਰਮ ਧਰਮ ਕਰਦੇ ਆ, ਧਰਮ ਕਰਮ ਪਖੰਡ ਜੋ ਦਿਸੇ ਜੰਮ ਜਗਾਤੀ ਲੁੱਟੇ। ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਕਿ ਸਚਿਆਰਾ ਹੋਈਏ ਕਿ ਕੂੜੇ ਟੁੱਟੇ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮ ਦੇ ਧਾਰਨੀ ਬਣਨਾ ਅਸੀਂ, ਹੁਕਮ ਨੂੰ ਸਮਝਣਾ। ਹੁਕਮ ਬੂਝ ਪਰਮ ਪਦ ਪਾਈ, ਸੇਵਕ ਕੋ ਸੇਵਾ ਬਣਾਈ। ਫਿਰ ਹੀ ਸੇਵਕ ਆ ਭਾਈ, ਆਪਦੀ ਮੱਤ ਨਹੀਂ ਸੇਵਕ ਆ। ਪਿੱਛੇ ਵੀ ਤਾਂ ਆਪਾਂ ਪੜ੍ਹਿਆ ਆਪਾਂ, ਲੱਖ ਤਪ ਪ੍ਰਤੀਰਥਾਂ, ਲੱਖ ਪੁੰਨਾ ਪ੍ਰਵਾਨ। ਆਪਦੇ ਆਪ ਹੀ ਪ੍ਰਵਾਨ ਕਰੀ ਜਾਂਦੇ ਸਾਰਾ ਕੁਛ ਅਸੀਂ ਮਰਿਆਦਾ ਦੇ ਵਿੱਚ। ਨਹੀਂ ਭਾਈ, ਗੁਰ ਕੀ ਮੱਤ ਕੀ ਕਹਿੰਦੀ ਹੈ ਉਹ ਪ੍ਰਵਾਨ ਆ। ਜੋ ਦਰਗਾਹ 'ਚ ਪ੍ਰਵਾਨ ਆ ਉਹੀ ਆਪਾਂ ਨੂੰ ਕਰਨਾ ਚਾਹੀਦਾ। ਐਸੀ ਕਲਾ ਨਾ ਖੇਡੀਏ, ਜੇ ਦਰਗਾਹ ਗਿਆ ਹਾਰੀਏ ਫਿਰ ਕੀ ਫਾਇਦਾ ਭਾਈ। ਹਾਰ ਜਾਂਗੇ, ਜਨਮ ਹਾਰ ਕੇ ਚਲੇ ਜਾਵਾਂਗੇ। ਨਹੀਂ, ਨਾਨਕ ਲੇਖੇ ਇੱਕ ਗੱਲ ਕੀ ਹੈ ਫਿਰ। ਸਾਡੇ ਅੰਦਰ 2 ਤਰ੍ਹਾਂ ਦੀ ਵਿਚਾਰ ਚੱਲਦੀ ਹੈ। ਅੰਤਰਾਤਮਾ ਦੀ ਆਵਾਜ਼ ਹੁਕਮ ਨਾਲ ਜੋੜਨ ਨੂੰ ਕਹਿੰਦੀ ਹੈ ਸਾਨੂੰ, ਉਹੀ ਤਾਂ ਹੁਕਮ ਹੈ ਬਾਣੀ, ਉਹੀ ਤਾਂ ਸੱਚ ਹੈ ਭਾਈ। ਜਿਹੜਾ ਸਾਡਾ ਕਾਲਪਨ ਹੁਕਮ ਹੈ ਉਹ ਵਿਰੋਧ ਕਰਦਾ ਹੈ। ਵਧੀ ਸੁਵੱਜਕ ਨਾਨਕਾ ਸੱਚਾ ਵੇਖੇ ਸੋਏ, ਸਭ ਨੇ ਸਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਜਦੋਂ ਅਸੀਂ ਸੌਂਦੇ ਹਾਂ ਸੰਸਾਰ ਨੂੰ ਕੱਟੇ ਹੁੰਦੇ ਹਾਂ, ਜਦੋਂ ਜਾਗਦੇ ਹਾਂ ਸੁਰਤ ਸਾਡੀ ਸਿੱਧੀ ਬਰੇਨ 'ਚ ਆਉਂਦੀ ਹੈ, ਹੁਕਮ ਦਾ ਵਿਰੋਧ ਸ਼ੁਰੂ ਹੋ ਜਾਂਦਾ ਹੈ। ਅੱਖਾਂ ਖੁੱਲ੍ਹਦੀਆਂ ਸਾਰਾ ਵਿਰੋਧ ਸ਼ੁਰੂ ਹੋ ਜਾਂਦਾ ਵਾ। ਫਿਰ ਕੀ ਹੈ, ਸਭ ਨੇ ਸਾਲਾਂ ਮਾਰੀਆਂ ਕਰਕੇ ਚਲੇ ਜਾਂਦੇ ਨੇ ਭਾਈ। ਪਰ ਆਪਾਂ ਸਾਲਾਂ ਨਹੀਂ ਮਾਰਨੀਆਂ, ਆਪਾਂ ਗੁਰ ਕੇ ਚਰਨ ਫੜਨੇ ਆ ਭਾਈ। ਇਹ ਜੀਵਨ ਵਾਰ ਥੋੜ੍ਹੀ ਮਿਲਣਾ ਵਾ। ਫਿਰ ਇੱਕ ਗੱਲ ਹੈ, ਜਦੋਂ ਮਨ ਬੁੱਧੀ ਮਾਇਆ ਦਾ ਤਿਆਗ ਕਰਕੇ ਗੁਰ ਸ਼ਬਦ ਦੇ ਗਿਆਨ ਨਾਲ ਗਿਆਨ ਪਦਾਰਥ ਪਹਿਲਾਂ ਪਾ ਲੈਂਦੇ ਆ, ਫਿਰ ਇਹਨਾਂ ਨੂੰ ਮੁਕਤੀ ਮਿਲ ਜਾਂਦੀ ਹੈ, ਸੰਤੋਖ 'ਚ ਆ ਜਾਂਦੇ ਨੇ। ਫਿਰ ਇਹ ਸੱਚ ਦੀ ਦੁਨੀਆ 'ਚ ਚਲੇ ਜਾਂਦੇ ਨੇ। ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਖ ਉਜਲੇ। ਕੀਤੀ ਛੁੱਟੀ ਨਾਲ ਆਓ ਸਾਰੇ ਭਾਈ ਮਿਲ ਕੇ ਇਹਨੂੰ ਵਿਚਾਰੀਏ। ਸਤਿਗੁਰਾਂ ਦੀ ਜੋ ਰਹਿਮਤ ਹੈ, ਗੁਰ ਉਪਦੇਸ਼ ਹੈ, ਇਹਦੇ ਧਾਰਨੀ ਬਣੀਏ। ਸਤਿਗੁਰ ਸਮਝਾ ਰਹੇ ਨੇ, ਸਾਨੂੰ ਸਮਝਣਾ ਚਾਹੀਦਾ ਹੈ। ਗੁਰੂ ਵੱਡਾ ਹੁੰਦਾ,
ਗੁਰੂ ਦੀ ਵਿਚਾਰ ਨਾਲ ਜੁੜਨਾ ਚਾਹੀਦਾ, ਗੁਰਦਕਸ਼ਨਾ ਲੈਣੀ ਆ ਆਪਾਂ ਤਾਂ ਗੁਰੂ ਨੂੰ ਉਪਦੇਸ਼ ਕਰਨ ਲੱਗ ਜਾਂਦੇ, ਇਸ ਕਰਕੇ ਆਪਾਂ ਨੂੰ ਕਾਲ ਨਹੀਂ ਛੱਡਦਾ। ਨਾਨਕ ਲੇਖੀ ਇੱਕ ਗੱਲ ਹੋਰ, ਹਉਮੈ ਚੱਖਣਾ ਚਾਖ ਬਾਕੀ। ਹੁਣ ਸਤਿਗੁਰ ਕੀ ਸਮਝਾਉਣਗੇ? ਇਹੀ ਸਮਝਾਉਂਦੇ ਆ ਭਾਈ, ਜੇ ਫਿਰ ਆਪਾਂ ਨਹੀਂ ਮੰਨਦੇ, ਫਿਰ ਜਿਹਾ ਬੀਜੇ ਸੋ ਲੂਣੇ ਪਾਈ, ਫਿਰ ਵੱਢਣਾ ਪਊਗਾ ਆਪਾਂ ਨੂੰ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰੀਏ, ਜੋ ਸਤਿਗੁਰਾਂ ਨੇ ਸਮਝਾਇਆ ਇਹਦੇ ਧਾਰਨੀ ਬਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।